साडे मिनिस्टर साहिबान MLA साहिबान ते सारे ਜਿਹੜੇ ਅੱਜ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਾਰੇ ਸਾਡੇ ਨਾਲ ਜੁੜੇ ਹੈ ਪੂਰੇ ਸੂਬੇ ਦੇ ਅੰਦਰ ਉਹਨਾਂ ਸਾਰਿਆਂ ਨੂੰ ਮੈਂ ਫਤਿਹ ਅਰਜ਼ ਕਰਨਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਇੱਕ ਪਾਵਨ ਦਿਹਾੜੇ ਤੇ ਜਦੋਂ 130ਵਾਂ ਜਨਮ ਉਤਸਵ ਮਨਾ ਰਹੇ ਹਾਂ ਬਾਬਾ ਸਾਹਿਬ ਅੰਬੇਦਕਰ ਜੀ ਦਾ, ਬਹੁਤ ਮੁਬਾਰਕ ਮੌਕਾ ਹੈ। ਉਹਨਾਂ ਦੀ ਸੋਚ ਨੂੰ ਨਮਨ ਕਰਦੇ ਹਾਂ। ਉਹਨਾਂ ਨੇ ਜਿਹੜਾ ਦੇਸ਼ ਵਾਸਤੇ ਤੇ ਸਮਾਜ ਵਾਸਤੇ ਮਾਨ ਕਹਿ ਕੇ ਉਹਨਾਂ ਦਾ ਮੈਂ ਸਮਝਦਾ ਸ਼ੋਭਾ ਨਹੀਂ ਦਿੰਦਾ ਵੀ ਉਹਨਾਂ ਨੂੰ ਕਹੀਏ ਵੀ ਉਹਨਾਂ ਨੇ ਆਪਣੇ ਸਮਾਜ ਵਾਸਤੇ ਕੁਝ ਕੀਤਾ। ਮੈਂ ਸਮਝਦਾ ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਸਮਾਜ ਵਾਸਤੇ, ਪੂਰੇ ਦੇਸ਼ ਵਾਸਤੇ, ਇਸ ਦੇਸ਼ ਨੂੰ ਇਕੱਠਾ ਰੱਖਣ ਵਾਸਤੇ, ਦੇਸ਼ ਦੇ ਅੰਦਰ ਜਿਹੜੀ ਛੂਆ ਛਾਤ ਜਾਤ ਪਾਤ ਤੇ ਆਪਸ 'ਚ ਜਿਸ ਕਿਸਮ ਦੀ ਇਕੁਐਲਿਟੀ ਉਹਨਾਂ ਨੇ, ਇਕੁਐਲਿਟੀ ਆਫ ਸੋਸ਼ਲ ਇਕੁਐਲਿਟੀ, ਇਕਨੋਮਿਕ ਇਕੁਐਲਿਟੀ, ਪੋਲੀਟੀਕਲ ਇਕੁਐਲਿਟੀ ਦੀ ਜਿਹੜੀ ਭਾਵਨਾ ਦਿੱਤੀ, ਉਹਦੇ ਕਰਕੇ ਅੱਜ ਸਾਡਾ ਮੁਲਕ ਉੱਥੇ ਖੜਾ ਹੈ ਜਿੱਥੇ ਆਜ਼ਾਦੀ ਦੇ ਬਾਅਦ 70 ਤੋਂ ਜ਼ਿਆਦਾ ਸਾਲ ਜਦੋਂ ਹੋ ਗਏ। ਬਟ ਬਹੁਤ ਸਾਰੇ ਕਾਬਲ ਮੰਤਰੀ ਸਾਹਿਬਾਨ ਨੇ, ਚਾਹੇ ਧਰਮਸੋਤ ਜੀ ਸੀਗੇ, ਚਾਹੇ ਚੰਨੀ ਜੀ, ਚਾਹੇ ਅਰੁਣਾ ਚੌਧਰੀ ਜੀ, ਡਾਕਟਰ ਰਾਜਕੁਮਾਰ ਜੀ ਨੇ ਇਤਿਹਾਸ ਬੜਾ ਤਫਸੀਲ ਨਾਲ ਦੱਸਿਆ। ਬਾਬਾ ਸਾਹਿਬ ਅੰਬੇਦਕਰ ਜੀ ਦੀ ਜਿਹੜਾ ਯੋਗਦਾਨ ਹੈ ਕਿਸੇ ਤੋਂ ਲੁਕਿਆ ਨਹੀਂ। ਬਟ ਬਹੁਤ ਸਾਰੀਆਂ ਗੱਲਾਂ, ਜਿਸ ਤਰ੍ਹਾਂ ਭੱਟੀ ਸਾਹਿਬ ਨੇ ਗੱਲ ਕੀਤੀ ਵੀ ਜਦੋਂ ਬਾਬਾ ਸਾਹਿਬ ਅੰਬੇਦਕਰ ਨੇ ਚੌਥੀ ਜਮਾਤ ਪਾਸ ਕੀਤੀ ਤਾਂ ਉਹਦਾ ਉਤਸਵ ਮਨਾਇਆ ਗਿਆ, ਇੱਕ ਜਸ਼ਨ ਮਨਾਇਆ ਗਿਆ ਵੀ ਸਾਡੇ ਸਮਾਜ ਚੋਂ ਕੋਈ ਇੱਕ ਦਲਿਤ ਭਾਈਚਾਰੇ ਚੋਂ ਬੱਚਾ ਅੱਜ ਚੌਥੀ ਜਮਾਤ ਪੜ੍ਹ ਕੇ ਗਿਆ। ਇਤਿਹਾਸ ਆਪਾਂ ਪੜ੍ਹ ਰਹੇ ਹਾਂ ਪਰ ਇਤਿਹਾਸ ਤੋਂ ਸਿੱਖ ਰਹੇ ਹਾਂ ਨਹੀਂ। ਅੱਜ ਇਹਨੂੰ ਸੋਚਣ ਦੀ ਲੋੜ ਹੈ। ਅੱਜ ਅਗਰ ਬੁਢਾਪਾ ਪੈਨਸ਼ਨ 1500 ਰੁਪਏ ਕੀਤੀ ਹੈ, ਕੈਪਟਨ ਸਾਹਿਬ ਨੇ ਕੀਤੀ ਹੈ। 60-40 ਪੋਸਟ ਮੈਟ੍ਰਿਕ ਸਕਾਲਰਸ਼ਿਪ ਇਹਨਾਂ ਨੇ ਚਾਲੂ ਕੀਤੀ। ਬਟ ਉਸ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਗੱਲ ਹੈ, ਲੋਕਾਂ ਨੂੰ ਅੱਜ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੇ ਗੱਲ ਕੀਤੀ 32% ਹੈ ਜਾਂ ਅੱਜ ਨਵਾਂ ਸੈਂਸਸ ਆਊਗਾ ਉਹਦੇ ਵਿੱਚ ਹੋ ਸਕਦਾ 36% ਸਾਡੀ ਦਲਿਤ ਭਾਈਚਾਰਾ ਦਾ ਸ਼ਮੂਲੀਅਤ ਹੈ ਪੰਜਾਬ ਦੇ ਅੰਦਰ। ਬਟ ਕਿਹੜੇ ਲੋਕ ਸੀ ਜਿਨ੍ਹਾਂ ਨੇ ਜਦੋਂ ਇਸ ਮੌਜੂਦਾ ਕੇਂਦਰ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ UPA ਕਾਂਗਰਸ ਗਵਰਨਮੈਂਟ ਦੀ ਜਿਹੜੀ ਸੋਚ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ 90-10 ਪਰ ਜਿਹੜੀ ਰੇਸ਼ੋ ਸੀ ਉਹ ਬਦਲੀ, ਕੋਈ ਬੋਲਿਆ ਉੱਥੇ ਪਾਰਲੀਮੈਂਟ 'ਚ ਕਿਸੇ ਨੇ ਆਵਾਜ਼ ਚੱਕੀ ਵੀ ਆਹ ਗਲਤ ਹੋ ਰਿਹਾ? ਸਿਰਫ ਇੱਕ ਰਾਹੁਲ ਗਾਂਧੀ ਕਾਂਗਰਸ ਪਾਰਟੀ ਸੀ ਜਿਹਨੇ ਪਾਰਲੀਮੈਂਟ ਦੇ ਅੰਦਰ ਜਾ ਕੇ ਆਹ ਮੁੱਦਾ ਚੱਕਿਆ ਵੀ ਆਹ ਬਹੁਤ ਵੱਡਾ ਧੱਕਾ ਹੋ ਰਿਹਾ। ਬਾਬਾ ਸਾਹਿਬ ਅੰਬੇਦਕਰ ਜਿਸ ਹੀਰੇ ਦਾ ਆਪਾਂ ਨਾਮ ਲੈ ਰਹੇ ਹਾਂ ਉਹ ਤਰਾਸ਼ੇ ਇਸ ਕਰਕੇ ਗਏ ਵੀ ਉਹਨਾਂ ਨੂੰ ਪੜ੍ਹਾਈ ਦਾ ਬੇਸਿਕ ਫੰਡਾਮੈਂਟ ਆਫ ਹਿਜ਼ ਇੰਟਾਇਰ ਉਹਨਾਂ ਦੀ ਸਾਰੀ ਸੋਚ ਦਾ ਸੀਗਾ ਐਜੂਕੇਟ। ਸਾਰੀ ਉਹਨਾਂ ਦੀ ਫਿਲਾਸਫੀ ਚਾਲੂ ਉੱਥੋਂ ਦੀ ਐਜੂਕੇਟ। ਉਹਦੇ ਬਾਅਦ ਤੁਸੀਂ ਯੂ ਆਰਗੇਨਾਈਜ਼ ਐਂਡ ਦੈਨ ਯੂ ਐਜੀਟੇਟ। ਜੇ ਪੜ੍ਹੇ ਲਿਖੇ ਨਹੀਂ ਫਿਰ ਤਾਂ ਤੁਸੀਂ ਭੇਡਾਂ ਵਾਂਗੂ ਤੁਹਾਨੂੰ ਤੋਰੀ ਫਿਰਨਗੇ ਤੇ ਯੂ ਵਿਲ ਵੀ ਇਸਤੇਮਾਲ ਲੋਕ ਕਰੀ ਜਾਂਦੇ, ਹੁਣ ਵੀ ਕਰੀ ਜਾਂਦੇ, ਹੁਣ ਵੀ ਟੁਕੜਾ ਪਾਈ ਜਾਂਦੇ। ਮੈਂ ਅੱਜ ਹੀ ਦੇਖ ਰਿਹਾ ਸੀ ਸਰ, ਅੱਜ ਬਿਆਨ ਆਏ ਹੈ ਦਲਿਤਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਵੀ ਖੈਰਾਤ ਵੰਡ ਰਹੇ ਆ, ਤੁਹਾਨੂੰ ਆਹ ਬਣਾ ਦੇਾਂਗੇ ਅਸੀਂ, ਸਾਡੀ ਸਰਕਾਰ ਬਣੀ ਇਹਦੇ ਵਿੱਚ ਤੁਹਾਨੂੰ ਆਹ ਬਣਾ ਦੇਾਂਗੇ। ਜਿਹੜੇ ਲੋਕ CM ਰੈਜ਼ੀਡੈਂਸ ਨੂੰ ਗੰਗਾ ਜਲ ਨਾਲ ਧੋਂਦੇ ਆ, ਇੱਥੇ ਆ ਕੇ ਆਂਕੜੇ ਗਿਰਾ ਰਹੇ ਆ ਪੰਜਾਬ ਦੇ ਅੰਦਰ। ਨਹੀਂ ਸਾਧੂ ਸਿੰਘ ਜੀ, ਹੱਸਣ ਵਾਲੀ ਗੱਲ ਨਹੀਂ ਆ, ਬੜੀ ਸੋਚ ਸਮਝਣ ਵਾਲੀ ਗੱਲ ਹੈ ਸਾਹਿਬ। ਆਹ ਜਿਹੜੇ ਆ ਕੇ ਕਹਿ ਰਹੇ ਆ ਵੀ 36% ਹੈ ਜੀ, ਇਹਨਾਂ ਦਾ ਕਿਉਂ ਨਹੀਂ ਰਾਜ ਹੋ ਸਕਦਾ? ਤੁਸੀਂ ਪਹਿਲਾਂ ਗੰਗਾ ਜਲ ਤਾਂ ਛੱਡੋ, ਇਹਨਾਂ ਨੂੰ ਬਰਾਬਰ ਦਾ ਇਨਸਾਨ ਤਾਂ ਮੰਨੋ। ਮੈਂ ਸਮਝਦਾ ਜਿਹੜੇ ਅੱਜ MLA ਸਾਹਿਬਾਨ ਜਾਂ ਸਾਡੇ ਲੀਡਰ ਸਾਹਿਬਾਨ ਜਾਂ ਮੰਤਰੀ ਸਾਹਿਬਾਨ ਜੁੜੇ ਆ, ਮੈਂ ਸਮਝਦਾ ਵੀ ਸਾਡੀ ਜ਼ਿੰਮੇਵਾਰੀ ਹੈ ਜਿੱਥੇ ਆਪਣੀ ਮੰਗਾਂ ਨੂੰ ਪੁਰਜ਼ੋਰ ਤਰੀਕੇ ਨਾਲ CM ਸਾਹਿਬ ਕੋਲ ਚੱਕਦੇ ਆ, ਉੱਥੇ ਜਾ ਕੇ ਆਪਾਂ ਆਪਣੇ ਸਾਥੀਆਂ ਨਾਲ ਉਸ 32% ਨੂੰ ਜਾ ਕੇ ਆਗਾਹ ਕਰੀਏ ਵੀ ਇਹ ਲੋਕ ਜਿਹੜੇ ਹੈ ਤੁਹਾਨੂੰ ਇਸਤੇਮਾਲ ਕਰਨ ਵਾਸਤੇ ਚੋਗਾ ਪਾ ਰਹੇ ਹੈ। ਸੋਚ ਇਹਨਾਂ ਦੀ ਅੱਜ ਵੀ ਹੋਈ ਹੈ ਵੀ ਹੋ ਸਕਦਾ ਕੱਲ ਆ ਕੇ ਇਹਨਾਂ ਨੂੰ ਸਾਰੀ ਇੰਸਟੀਟਿਊਸ਼ਨਸ ਨੂੰ ਤੁਸੀਂ ਕਹਿ ਰਹੇ ਹੋ ਬਰਾਬਰ ਦਾ ਦਰਜਾ ਹਰੇਕ ਐਡਮਿਨਿਸਟ੍ਰੇਟਿਵ ਪੋਸਟ ਚਾਹੇ SSP ਹੈ, DC ਹੈ ਜਾਂ ਵਟਐਵਰ ਐਡਮਿਨਿਸਟ੍ਰੇਸ਼ਨ ਪੋਜੀਸ਼ਨ ਹੈ 33% ਸਾਨੂੰ ਮਿਲਣਾ ਚਾਹੀਦਾ, ਉਹਦੇ ਅੰਦਰ ਸਾਡੀ ਪ੍ਰਪੋਰਸ਼ਨੇਟ ਮਿਲਣਾ ਚਾਹੀਦਾ ਹੈ। ਬਟ ਕੈਨ ਯੂ ਗਾਰੰਟੀ ਵੀ ਕਿਹੜੇ ਜਿਹੜੇ ਲੋਕ ਅੱਜ CM ਹਾਊਸ ਨੂੰ ਗੰਗਾ ਜਲ ਨਾਲ ਧੋ ਰਹੇ ਆ ਕੇ ਉਹਨਾਂ ਨੇ ਕੁਰਸੀਆਂ ਨਹੀਂ ਫਿਰ ਗੰਗਾ ਜਲ ਨਾਲ ਧੋਣੀਆਂ? ਕਹਿੰਦੇ ਗਾਰੰਟੀ, ਕਹਿੰਦੇ ਗੈਟ ਅਪ ਐਂਡ ਸੇ। ਜਿਹੜੇ ਅੱਜ ਖੈਰਾਤ ਵੰਡ ਰਹੇ ਆ ਉਦੋਂ ਨਹੀਂ ਬੋਲੇ ਜਦੋਂ ਸਾਡੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲੈ ਲਈ, ਉਦੋਂ ਦਾ ਬਰਾਬਰ ਮੰਤਰੀ ਬਣੇ ਬੈਠੇ ਸੀ ਇੱਕ ਮੰਤਰੀ ਮੰਡਲ ਵਾਸਤੇ।
ਕੇਂਦਰ ਦੇ ਅੰਦਰ ਇੱਕ ਮੰਤਰੀ ਮੰਡਲ ਵਾਸਤੇ ਇਹਨਾਂ ਨੇ ਉੱਥੇ ਜ਼ਬਾਨ ਨਹੀਂ ਖੋਲੀ। ਜਿਹਦਾ ਅਧਿਕਾਰ ਹੈ ਉਹ ਸਾਡਾ ਕੇਂਦਰ ਦਾ ਅਧਿਕਾਰ ਹੈ। ਸਭ ਖਿਲਵਾੜ ਕਰ ਰਹੇ ਹੈ ਉਹਨਾਂ ਸਾਲਾਂ ਦੇ ਬਾਅਦ ਵੀ, ਬਟ ਅੱਜ ਇਸ ਤੇ ਸਾਨੂੰ ਜਾਗਰੂਕ ਹੋਣਾ ਪਊਗਾ। ਐਂਡ ਆਈ ਅਗੇਨ ਥੈਂਕ ਯੂ ਆਲ। ਸੀਐਮ ਸਾਹਿਬ ਨੇ ਜੋ ਕੁਛ ਕੀਤਾ ਹੈ, ਸਾਡੇ ਬਾਬਾ ਸਾਹਿਬ ਦੀ ਸੋਚ ਦੇ ਉੱਤੇ ਫੁੱਲ ਚੜਾਏ ਹੈ, ਉਹਨਾਂ ਨੂੰ ਉਸ ਹੋਰ ਤਾਕਤ ਬਖਸ਼ੇ ਤਾਂ ਕਿ ਤਕੜੇ ਹੋ ਕੇ ਆਪਾਂ ਜਿਹੜੇ ਹੈ ਰਹਿੰਦੇ ਅਜੇ ਆਸਾਂ ਹੈਗੀਆਂ ਬਰਾਦਰੀ ਨੂੰ ਸਾਡੇ ਤੋਂ, ਉਹਨੂੰ ਪੂਰਾ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਜੈ ਹਿੰਦ। ਜਾਖੜ ਸਾਹਿਬ ਹੁਣੀ ਕਹਿ ਰਹੇ ਸੀ ਸਾਧੂ ਸਿੰਘ ਜੀ ਹੱਸੋ ਨਾ। ਮੈਂ ਕਿਹਾ ਜਾਖੜ ਸਾਹਿਬ ਮੈਂ ਕਿਉਂ ਹੱਸ ਰਿਹਾ ਸੀ? ਅਰਨਾ ਜੀ ਮੇਰੇ ਕੋਲ ਬੈਠੇ ਹੈ, ਦੱਸ ਰਹੇ ਸੀ ਉਹ ਵਿਅਕਤੀ ਬੰਦਾ ਕਹਿ ਰਿਹਾ ਹੈ ਕਿ ਸਾਡੀ ਸਰਕਾਰ ਆਉਣ ਤੋਂ ਮੈਂ ਅੱਜ ਐਲਾਨ ਕਰਤਾ ਕਿ ਡਿਪਟੀ ਸੀਐਮ ਦਲਿਤ ਬਣਾਉਂਗਾ। ਜਦੋਂ ਭਾਈ ਮੌਕਾ ਸੀ ਉਦੋਂ ਦਾ ਤੇਰੇ ਪਿਤਾ ਜੀ ਮੁੱਖ ਮੰਤਰੀ, ਆਪ ਤੂੰ ਡਿਪਟੀ ਮੁੱਖ ਮੰਤਰੀ, ਹੁਣ ਵੇਲਾ ਵਿਹਾਜ ਕੇ ਐਸੀਆਂ ਗੱਲਾਂ ਕਰਨ ਵਾਲੇ ਤੇ ਆਸਾਂ ਹੈਗੀਆਂ ਬਰਾਦਰੀ ਨੂੰ ਸਾਡੇ ਤੋਂ, ਉਹਨੂੰ ਪੂਰਾ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਜੈ ਹਿੰਦ। ਜਾਖੜ ਸਾਹਿਬ ਹੁਣੀ ਕਹਿ ਰਹੇ ਸੀ ਸਾਧੂ ਸਿੰਘ ਜੀ ਹੱਸੋ ਨਾ। ਮੈਂ ਜਾਖੜ ਸਾਹਿਬ ਮੈਂ ਕਿਉਂ ਹੱਸ ਰਿਹਾ ਸੀ? ਅਰਨਾ ਜੀ ਮੇਰੇ ਕੋਲ ਬੈਠੇ ਹੈ, ਦੱਸ ਰਹੇ ਸੀ ਉਹ ਵਿਅਕਤੀ ਬੰਦਾ ਕਹਿ ਰਿਹਾ ਹੈ ਕਿ ਸਾਡੀ ਸਰਕਾਰ ਆਉਣ ਤੋਂ ਮੈਂ ਅੱਜ ਐਲਾਨ ਕਰਤਾ ਕਿ ਡਿਪਟੀ ਸੀਐਮ ਦਲਿਤ ਬਣਾਉਂਗਾ। ਜਦੋਂ ਭਾਈ ਮੌਕਾ ਸੀ ਉਦੋਂ ਦਾ ਤੇਰੇ ਪਿਤਾ ਜੀ ਮੁੱਖ ਮੰਤਰੀ, ਆਪ ਤੂੰ ਡਿਪਟੀ ਮੁੱਖ ਮੰਤਰੀ, ਹੁਣ ਵੇਲਾ ਵਿਹਾਜ ਕੇ ਐਸੀਆਂ ਗੱਲਾਂ ਕਰਨ ਵਾਲੇ ਤੇ ਕਈ ਵਾਰੀ ਹਾਸਾ ਆ ਜਾਂਦਾ। ਡਾਕਟਰ ਸਾਹਿਬ ਹੋਰ ਕੋਈ ਆਹੀ ਗੱਲ ਨਹੀਂ बहुत ही खुशी के दिहाड़े ते मैं बेनती करांगा कि जिन्हां दी प्रधानगी थले महाराजा कैप्टन अमरिंदर सिंह मुख मंत्री पंजाब सारे नाल अपनी खुशी साझी करनगे बाबा साहब दे जन्म दिन। साडे कांग्रेस के प्रधान साहब सुनील जाखड़ जी, मिनिस्टर साहबान, MLA साहबान, अफसर साहबान और सारे अज इत्थे जो इस प्रोग्राम को देख रहे ने मेरे वीरों ते भैनों, अज आपां उस शख्सियत की याद मना रहे हैं जिन्हां दा 130वां अज जन्मदिन है और जिन्हां दी कॉन्ट्रीब्यूशन, जिन्हां दी सेवा साडे देश के वास्ते अणगिनती रही है। थोनू अज मिनिस्टर साहबान बोलते हुए साढ़े MP साहबान माफ़ करना, चौधरी संतोख सिंह जी मैं आपका नाम लेना भुल गया, पर उन्होंने वो बोलते हुए, चन्नी जी बोलते हुए, सारे बोलते हुए इन्हां दी जिहड़ी खूबियां सीआं तुसीं उन्हां दे बारे जिक्र किया। पहली गल तां सोचण वाली है कि किहड़ा समय सी वो जदों कोई भी नहीं पढ़ता सी। मतलब किन्ने दलित दे बच्चे पढ़ते होने, कुछ भी नहीं पढ़ते होने। हियर वॉज वन मैन जिथे इन्हां दे पिता जी फौज विच से, साडे माऊ दे विच जो हुण कॉलेज ऑफ कॉम्बैट है, उत्थे सूबेदार से। हिंदुस्तान की फौज दे विच उदों अफसर नहीं हुंदे सी, अफसर तो 1933 दे विच बनन लगे ने। उस तो पहला तो सिर्फ सूबेदार, तुसीं नैब सूबेदार या सूबेदार मेजर बन सकते सी। तो ऊपर पहुंचे, इन्ने इन्हां दा परिवार बड़ा सी, लेकिन इन्होंने आपने सोचा होना है कि मैं अपने आने वाली जिंदगी के वास्ते, अपने बच्चों को बनाने वास्ते कुछ मैनू इन्होंने विद्या की खेत्र के मैनू पाना पड़ा और पाए स्कूल माऊ बिल्कुल इंदौर के नाल है, कुछ थोड़े मील का फर्क ही होंगे इंदौर तो। मैं भी उत्थे कोर्स किए ने, मैं जानता सेरिया तो उत्थे उन्होंने अपने स्कूल पाया और फिर महाराज साहब बरोड़ा ने इन्हां ते उन्होंने खबर आई कि एक यह जिहा शख्सियत है कि इस बंदे ने किते ना किते इन्हों आपां नूं मदद करनी चाहिए, इन्हें कुछ बन जाना है। कुछ उन्होंने मन दे विच आई तो उन्होंने इन्हों भेजा बाहर, पहला अमेरिका भेजा टू कोलंबिया यूनिवर्सिटी, उस तो बाद फिर लंडन स्कूल ऑफ इकनॉमिक्स, वापस UK आए। उस तो बाद इन्होंने ग्रेज इन दे विच जाके
अपने लीगल प्रोफेशन भी, अपना लीगल सब्जेक्ट्स भी अपने लैन लगे और अपनी लीगल डिग्री लेती है। देख लो अजकल भी इन्नियां 3 डिग्रियां, फर्स्ट इन कोलंबिया यूनिवर्सिटी तुसी जाके अपनी मास्टर्स करो या डॉक्टरेट करो, दैन LSE दे विच जाओ तुसी, यू कैन बिकम अ मास्टर ऑफ इकनॉमिक्स और जोड़ जिहड़ा कुछ भी तुसी बनना है, और फिर तुसी लॉ भी करो। सो कितना कुछ इन्हां ने प्राप्ति उत्थे कीती उस जमाने जदों कोई भी नहीं पढ़दा सी। मैनू याद है कई लोग जदों मैं आया सियासत विच कई लोगों के नाम दे पिछे ज्ञानी लिखते से, क्योंकि वो पंजाबी च ज्ञानी पढ़ लेंदे से, ते पढ़ी हुई सी या इम्तिहान किया हुआ सी तो ज्ञानी, एंड ज्ञानी एक बड़ी चीज़ बड़ी होंदी सी। और कित्थे इन्हां दी प्राप्ति उस तो ज्ञानी तो कित्थे ऊपर जाके किस किस्म की इन्हां ने की। ही मस्ट बीन अ ब्रिलियंट मैन। मैनू तो सिर्फ अफसोस है कि मैनू मौका नहीं मिला इन्हां नूं मिलण दा, साडे तो पहला ही ये दुनिया छड्ड गए से, लेकिन जिन्नी प्राप्ति इन्होंने की आई थिंक सारे हिंदुस्तान ने मन्निया और सारी कांग्रेस पार्टी ने जिन्होंने चक्के। देख लो आउंदे साल लॉ मिनिस्टर ऑफ इंडिया एंड देन द चेयरमैन ऑफ द कॉन्स्टिट्यूशन ड्राफ्टिंग कमेटी। नाउ ये ड्राफ्टिंग कमेटी संविधान साडा is it here? Constitution of India here. This is the constitution